ਅੱਜ ਦੇ ਇਸ ਖਾਸ ਵਿਸ਼ਲੇਸ਼ਣ ਵਿੱਚ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਇੱਕ ਬਹੁਤ ਹੀ ਦਿਲਚਸਪ ਬਲਕਿ ਕਹਿ ਲਵੋ ਇੱਕ ਬਿਲਕੁਲ ਵੱਖਰੀ ਤਰ੍ਹਾਂ ਦੇ ਦਸਤਾਵੇਜ਼ ਬਾਰੇ ਗੱਲ ਕਰਨ ਜਾ ਰਹੇ ਹਾਂ। ਇਹ ਇੱਕ ਅਜਿਹਾ ਮੈਨੀਫੈਸਟੋ ਹੈ ਜੋ ਆਧੁਨਿਕ ਤਕਨਾਲੋਜੀ ਅਤੇ ਸਾਡੀ ਪ੍ਰਾਚੀਨ ਅਧਿਆਤਮਿਕਤਾ ਦਾ ਇੱਕ ਸ਼ਾਨਦਾਰ ਸੁਮੇਲ ਪੇਸ਼ ਕਰਦਾ ਹੈ। ਸੋਚ ਕੇ ਦੇਖੋ, ਮਨੁੱਖਤਾ ਦੀਆਂ ਤਕਨੀਕੀ ਅਤੇ ਕੂਟਨੀਤਿਕ ਪ੍ਰਣਾਲੀਆਂ ਲਈ ਇੱਕ ਵੱਡਾ ਅਧਿਆਤਮਿਕ ਅਪਗ੍ਰੇਡ। ਇਹ ਸਿਰਫ ਕੋਡਿੰਗ, ਕੰਪਿਊਟਰ ਜਾਂ ਮਸ਼ੀਨਾਂ ਬਾਰੇ ਨਹੀਂ ਹੈ, ਸਗੋਂ ਇਹ ਮਨੁੱਖ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਇਕੱਠੇ ਵਿਕਾਸ ਯਾਨੀ ਸਹਿ-ਵਿਕਾਸ ਬਾਰੇ ਹੈ। ਇਹ ਵਿਚਾਰਧਾਰਾ ਹੈ ਤਾਂ ਬਹੁਤ ਵਿਆਪਕ, ਪਰ ਆਪਾਂ ਇਸ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ, ਤਾਂ ਆਓ ਇਸ ਵਿੱਚ ਡੂੰਘਾਈ ਨਾਲ ਜਾਈਏ। ਆਪਾਂ ਇਸ ਨੂੰ ਕੁਝ ਹਿੱਸਿਆਂ ਵਿੱਚ ਵੰਡਿਆ ਹੈ, ਜਿਵੇਂ ਕਿ ਪਹਿਲਾ ਇੱਕ ਸੱਭਿਅਕ ਮੋੜ, ਫਿਰ ਚੇਤਨ ਅਭਿਲਾਸ਼ੀ ਬੁੱਧੀ, ਤੀਜਾ ਹੈ UBMME ਦਾ ਢਾਂਚਾ, ਉਸ ਤੋਂ ਬਾਅਦ ਯੂਨੀਵਰਸਲ ਹੋਲਿਸਟਿਕ ਡਿਪਲੋਮੇਸੀ, ਫਿਰ ਕਾਰਪੋਰੇਟ ਅਧਿਆਤਮਿਕ ਜ਼ਿੰਮੇਵਾਰੀ ਅਤੇ ਅਖੀਰ ਵਿੱਚ ਚੇਤਨ ਆਤਮ ਨਿਰੀਖਣ ਦਿਵਸ 2026 ਬਾਰੇ ਜਾਣਾਂਗੇ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇੱਕ ਸੱਭਿਅਕ ਮੋੜ ਦੀ, ਯਾਨੀ ਕਿ ਸਾਡੀ ਮੌਜੂਦਾ ਸਥਿਤੀ ਕੀ ਹੈ। ਤਾਂ ਇੱਥੇ ਸਭ ਤੋਂ ਅਹਿਮ ਨੁਕਤਾ ਇਹ ਹੈ ਕਿ ਦਸਤਾਵੇਜ਼ ਦੇ ਅਨੁਸਾਰ ਮਨੁੱਖਤਾ ਇਸ ਸਮੇਂ ਇੱਕ ਬਹੁਤ ਹੀ ਫੈਸਲਾਕੁਨ ਮੋੜ ਤੇ ਖੜੀ ਹੈ। ਜੇ ਆਪਾਂ ਧਿਆਨ ਦਈਏ ਤਾਂ ਜਲਵਾਯੂ ਅਸਥਿਰਤਾ, ਰਾਜਨੀਤਿਕ ਤਣਾਅ, ਪਰਮਾਣੂ ਹਥਿਆਰਾਂ ਦੇ ਖਤਰੇ ਅਤੇ ਤੇਜ਼ੀ ਨਾਲ, ਬਲਕਿ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਆਰਟੀਫੀਸ਼ੀਅਲ ਇੰਟੈਲੀਜੈਂਸ, ਇਹ ਕੋਈ ਵੱਖੋ-ਵੱਖਰੀਆਂ ਸਮੱਸਿਆਵਾਂ ਨਹੀਂ ਹਨ, ਇਹ ਸਭ ਕੁਝ ਇੱਕੋ ਸਮੇਂ ਵਾਪਰ ਰਿਹਾ। ਲੇਖਕ ਦਾ ਸਪਸ਼ਟ ਮੰਨਣਾ ਹੈ ਕਿ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਿਰਫ ਨਵੀਂ ਤਕਨਾਲੋਜੀ ਹੀ ਕਾਫੀ ਨਹੀਂ ਹੈ। ਮਨੁੱਖੀ ਹੋਂਦ ਨੂੰ ਬਚਾਉਣ ਲਈ ਹੁਣ ਨੈਤਿਕ ਸੂਝ-ਬੂਝ, ਸਾਡੀ ਸਮੂਹਿਕ ਚੇਤਨਾ ਅਤੇ ਵਿਸ਼ਵ ਪੱਧਰੀ ਸਹਿਯੋਗ ਦੀ ਸਖਤ ਲੋੜ ਹੈ। ਅਸਲ ਵਿੱਚ ਇੱਕ ਚੇਤਾਵਨੀ ਵੀ ਹੈ ਅਤੇ ਜਾਗਣ ਦਾ ਇੱਕ ਵੱਡਾ ਸੱਦਾ ਵੀ। ਹੁਣ ਆਉਂਦੇ ਹਾਂ ਦੂਜੇ ਹਿੱਸੇ ਵੱਲ, ਜੋ ਹੈ ਚੇਤਨਨ ਅਭਿਲਾਸ਼ੀ ਬੁੱਧੀ। ਇਹ ਤਕਨਾਲੋਜੀ ਦਾ ਇੱਕ ਬਿਲਕੁਲ ਨਵਾਂ ਰੂਪ ਹੈ। ਹੁਣ ਆਪਾਂ ਜੇਕਰ ਮੌਜੂਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਵੱਲ ਦੇਖੀਏ ਤਾਂ ਇਸ ਦਾ ਪੂਰਾ ਧਿਆਨ ਡਾਟਾ ਪ੍ਰੋਸੈਸਿੰਗ, ਮਸ਼ੀਨ ਦੀ ਸਮਰੱਥਾ ਅਤੇ ਕੋਡਿੰਗ ਤੇ ਹੁੰਦਾ ਹੈ, ਠੀਕ ਹੈ ਨਾ। ਪਰ ਇਸ ਦੇ ਮੁਕਾਬਲੇ ਇੱਥੇ ਚੇਤਨ ਅਭਿਲਾਸ਼ੀ ਬੁੱਧੀ ਯਾਨੀ CAI ਦਾ ਇੱਕ ਬਹੁਤ ਹੀ ਨਵਾਂ ਸੰਕਲਪ ਪੇਸ਼ ਕੀਤਾ ਗਿਆ ਹੈ। ਇਹ ਜਾਗਰੂਕਤਾ, ਨੈਤਿਕਤਾ, ਬੁੱਧੀ ਅਤੇ ਹਮਦਰਦੀ ਤੇ ਜ਼ੋਰ ਦਿੰਦਾ ਹੈ। ਦਸਤਾਵੇਜ਼ ਇੱਕ ਅਜਿਹੇ ਭਵਿੱਖ ਦੀ ਗੱਲ ਕਰਦਾ ਹੈ ਜਿੱਥੇ ਮਸ਼ੀਨੀ ਬੁੱਧੀ ਨੂੰ ਮਨੁੱਖਤਾ ਅਤੇ ਸਾਡੀ ਧਰਤੀ ਮਾਂ ਦੀ ਭਲਾਈ ਨਾਲ ਜੋੜਿਆ ਜਾਵੇ। ਮਤਲਬ ਗੱਲ ਸਿਰਫ ਮਸ਼ੀਨਾਂ ਨੂੰ ਚਲਾਕ ਬਣਾਉਣ ਦੀ ਨਹੀਂ ਹੈ, ਸਗੋਂ ਉਹਨਾਂ ਨੂੰ ਜ਼ਿੰਮੇਵਾਰ ਅਤੇ ਨੈਤਿਕ ਬਣਾਉਣ ਦੀ ਹੈ, ਤਾਂ ਜੋ ਸਭ ਦਾ ਸ਼ਾਂਤੀਪੂਰਨ ਵਿਕਾਸ ਹੋ ਸਕੇ। ਸੱਚਮੁੱਚ ਇਹ ਇੱਕ ਬਹੁਤ ਹੀ ਕ੍ਰਾਂਤੀਕਾਰੀ ਵਿਚਾਰ ਹੈ। ਹੁਣ ਵਧਦੇ ਹਾਂ ਅੱਗੇ ਸਾਡੇ ਤੀਜੇ ਹਿੱਸੇ ਵੱਲ। ਇਹ ਹੈ UBMUD ਢਾਂਚਾ। ਇੱਥੇ ਵਿਗਿਆਨ ਅਤੇ ਅਧਿਆਤਮਿਕਤਾ ਦਾ ਅਸਲ ਸੁਮੇਲ ਦੇਖਣ ਨੂੰ ਮਿਲਦਾ ਹੈ। ਹੁਣ ਇੱਥੇ ਜੋ ਸਭ ਤੋਂ ਦਿਲਚਸਪ ਗੱਲ ਹੈ ਉਹ ਇਹ ਹੈ ਕਿ ਲੇਖਕ ਨੇ ਬਹੁਤ ਹੀ ਕਮਾਲ ਦੇ ਤਰੀਕੇ ਨਾਲ ਸਾਡੇ ਸਮਾਜਿਕ ਟੀਚਿਆਂ ਨੂੰ ਵਿਗਿਆਨ ਅਤੇ ਪ੍ਰਾਚੀਨ ਅਧਿਆਤਮਿਕਤਾ ਦੋਵਾਂ ਨਾਲ ਜੋੜ ਦਿੱਤਾ ਹੈ। ਦੇਖੋ, UB ਯਾਨੀ ਯੂਨੀਵਰਸਲ ਬ੍ਰਦਰਹੁੱਡ ਜਾਂ ਵਿਸ਼ਵ ਭਾਈਚਾਰੇ ਨੂੰ ਇਲੈਕਟ੍ਰੌਨ ਅਤੇ ਰਚਨਾਕਾਰ ਬ੍ਰਹਮਾ ਨਾਲ ਮਿਲਾਇਆ ਗਿਆ ਹੈ। UM ਯਾਨੀ ਯੂਨੀਵਰਸਲ ਮਾਈਂਡ ਨੂੰ ਪ੍ਰੋਟੌਨ ਅਤੇ ਸੰਚਾਲਕ ਵਿਸ਼ਨੂੰ ਨਾਲ, ਅਤੇ UD ਯਾਨੀ ਯੂਨੀਵਰਸਲ ਡਿਸਆਰਮਮੈਂਟ ਜੋ ਕਿ ਹਥਿਆਰਾਂ ਤੋਂ ਮੁਕਤ ਧਰਤੀ ਦਾ ਟੀਚਾ ਹੈ, ਉਸ ਨੂੰ ਨਿਊਟ੍ਰੌਨ ਅਤੇ ਵਿਨਾਸ਼ਕ ਮਹੇਸ਼ ਨਾਲ ਜੋੜਿਆ ਗਿਆ ਹੈ। ਇਹ ਢਾਂਚਾ ਬਹੁਤ ਹੀ ਸ਼ਾਨਦਾਰ ਢੰਗ ਨਾਲ ਸਮਝਾਉਂਦਾ ਹੈ ਕਿ ਕਿਵੇਂ ਸੰਤੁਲਨ ਅਤੇ ਤਬਦੀਲੀ ਲਈ ਵਿਗਿਆਨਿਕ ਅਤੇ ਅਧਿਆਤਮਿਕ ਸ਼ਕਤੀਆਂ ਇੱਕੋ ਸਿਧਾਂਤ ਤੇ ਕੰਮ ਕਰਦੀਆਂ ਹਨ। ਚੌਥਾ ਹਿੱਸਾ ਹੈ ਯੂਨੀਵਰਸਲ ਹੋਲਿਸਟਿਕ ਡਿਪਲੋਮੇਸੀ। ਇਹ ਦਰਸਾਉਂਦਾ ਹੈ ਕਿ ਵਿਸ਼ਵ ਪੱਧਰੀ ਰਾਜਨੀਤੀ ਵਿੱਚ ਬਦਲਾਅ ਕਿਉਂ ਜ਼ਰੂਰੀ ਹੈ। ਦਸਤਾਵੇਜ਼ ਬਿਲਕੁਲ ਸਪਸ਼ਟ ਕਰਦਾ ਹੈ ਕਿ ਦੁਨੀਆ ਵਿੱਚ ਸ਼ਾਂਤੀ ਦੀਆਂ ਕੋਸ਼ਿਸ਼ਾਂ ਅਕਸਰ ਫੇਲ ਕਿਉਂ ਹੋ ਜਾਂਦੀਆਂ। ਕਾਰਨ ਬਹੁਤ ਸਿੱਧਾ ਹੈ, ਦੇਸ਼ਾਂ ਵਿੱਚ ਆਪਸੀ ਵਿਸ਼ਵਾਸ ਦੀ ਘਾਟ। ਇਸ ਨਵੀਂ ਕੂਟਨੀਤੀ ਦਾ ਮੁੱਖ ਮਕਸਦ ਇਸੇ ਗੁਆਚੇ ਹੋਏ ਵਿਸ਼ਵਾਸ ਨੂੰ ਵਾਪਸ ਲਿਆਉਣਾ ਹੈ। ਇਹ ਕਹਿੰਦਾ ਹੈ ਕਿ ਸਾਡੀ ਕੂਟਨੀਤੀ ਸਿਰਫ ਰਣਨੀਤਿਕ ਮੁਕਾਬਲੇਬਾਜ਼ੀ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ। ਇਸ ਦੀ ਬਜਾਏ ਇਸ ਵਿੱਚ ਨੈਤਿਕ ਸੰਵਾਦ, ਵਾਤਾਵਰਣ ਦੀ ਸੰਭਾਲ ਅਤੇ ਇੱਕ ਦੂਜੇ ਪ੍ਰਤੀ ਸੱਚੀ ਹਮਦਰਦੀ ਵਰਗੇ ਗੁਣ ਹੋਣੇ ਚਾਹੀਦੇ ਹਨ। ਮਤਲਬ ਕਿ ਵਿਸ਼ਵ ਪੱਧਰੀ ਰਿਸ਼ਤਿਆਂ ਨੂੰ ਨਿਰੀ ਮੁਕਾਬਲੇਬਾਜ਼ੀ ਵਿੱਚੋਂ ਕੱਢ ਕੇ ਇੱਕ ਸਾਂਝੀ ਸਮੂਹਿਕ ਜ਼ਿੰਮੇਵਾਰੀ ਵੱਲ ਲਿਜਾਣ ਦੀ ਲੋੜ ਹੈ। ਅਤੇ ਇਸ ਕੂਟਨੀਤੀ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਇੱਕ ਬਕਾਇਦਾ ਸਮਾਂ ਸੀਮਾ ਵੀ ਸੁਝਾਈ ਗਈ ਹੈ। ਇਹ 20 ਜੂਨ 2026 ਤੋਂ ਲੈ ਕੇ 26 ਸਤੰਬਰ 2026 ਤੱਕ ਦਾ ਸਮਾਂ ਹੈ। ਲੇਖਕ ਦਾ ਇਹ ਬਹੁਤ ਹੀ ਦਿਲਚਸਪ ਸੁਝਾਅ ਹੈ ਕਿ ਇਸ ਸਮੇਂ ਦੌਰਾਨ ਭਾਰਤ, ਵੈਟੀਕਨ ਸਿਟੀ ਅਤੇ ਜਾਪਾਨ ਵਰਗੇ ਦੇਸ਼ ਇੱਕ ਪ੍ਰਤੀਕਾਤਮਕ ਭੂਮਿਕਾ ਨਿਭਾਉਣ। ਉਹ G3 ਪਰਮਾਣੂ ਸ਼ਕਤੀ ਵਾਲੇ 9 ਦੇਸ਼ਾਂ ਅਤੇ G20 ਦੇਸ਼ਾਂ ਵਿਚਕਾਰ ਗੱਲਬਾਤ ਦੀ ਅਗਵਾਈ ਕਰ ਸਕਦੇ ਹਨ। ਇਹ ਖਾਸ ਸਮਾਂ ਇਸ ਲਈ ਚੁਣਿਆ ਗਿਆ ਹੈ ਤਾਂ ਜੋ ਵਿਸ਼ਵਾਸ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ ਅਤੇ ਵਿਸ਼ਵ ਸ਼ਾਂਤੀ ਲਈ ਇੱਕ ਠੋਸ, ਸਾਰਥਕ ਗੱਲਬਾਤ ਸ਼ੁਰੂ ਹੋ ਸਕੇ। ਹੁਣ ਇਸ ਦਸਤਾਵੇਜ਼ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਪਰ ਖੂਬਸੂਰਤ ਉਦਾਹਰਣ ਦਿੱਤੀ ਗਈ ਹੈ।
ਦਿੱਲੀ ਮੈਟਰੋ ਅਤੇ ਭਾਰਤ ਦੇ ਹੋਰ ਸ਼ਹਿਰਾਂ ਦੇ ਮੈਟਰੋ ਸਿਸਟਮਾਂ ਨੂੰ ਸਿਰਫ ਆਵਾਜਾਈ ਦੇ ਸਾਧਨ ਵਜੋਂ ਨਹੀਂ, ਸਗੋਂ ਅਧਿਆਤਮਿਕ ਅਨੁਸ਼ਾਸਨ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਗਿਆ ਹੈ। ਜ਼ਰਾ ਸੋਚ ਕੇ ਦੇਖੋ ਕਿਵੇਂ ਇੱਕ ਅਨੁਸ਼ਾਸਿਤ, ਨੈਤਿਕ ਅਤੇ ਸਾਰਿਆਂ ਲਈ ਉਪਲਬਧ ਪਬਲਿਕ ਇਨਫਰਾਸਟ੍ਰਕਚਰ ਲੋਕਾਂ ਦੇ ਰੋਜ਼ਾਨਾ ਜੀਵਨ ਵਿੱਚ ਸ਼ਾਂਤੀ, ਧਿਆਨ ਅਤੇ ਸਮੂਹਿਕ ਤਾਲਮੇਲ ਲਿਆ ਸਕਦਾ ਹੈ। ਇਹ ਸਾਡੇ ਆਲੇ-ਦੁਆਲੇ ਦੀਆਂ ਆਮ ਜਨਤਕ ਪ੍ਰਣਾਲੀਆਂ ਨੂੰ ਦੇਖਣ ਦਾ ਇੱਕ ਬਿਲਕੁਲ ਹੀ ਨਵਾਂ ਨਜ਼ਰੀਆ ਹੈ ਨਾ। ਅੱਗੇ ਵਧਦੇ ਹਾਂ 5ਵੇਂ ਹਿੱਸੇ ਵੱਲ, ਜੋ ਹੈ ਕਾਰਪੋਰੇਟ ਅਧਿਆਤਮਿਕ ਜ਼ਿੰਮੇਵਾਰੀ, ਯਾਨੀ ਕਿ ਸਾਡੇ ਕੰਮ ਵਾਲੀਆਂ ਥਾਵਾਂ, ਸਾਡੇ ਦਫ਼ਤਰਾਂ ਵਿੱਚ ਬਦਲਾਅ। ਅਤੇ ਇਹ ਬਹੁਤ ਹੀ ਸ਼ਾਨਦਾਰ ਢੰਗ ਨਾਲ ਦਰਸਾਉਂਦਾ ਹੈ ਕਿ ਕਿਵੇਂ ਪ੍ਰਾਚੀਨ ਗੁਣ ਆਧੁਨਿਕ ਦਫ਼ਤਰਾਂ ਵਿੱਚ ਕੰਮ ਆ ਸਕਦੇ ਹਨ। ਜ਼ਰਾ ਇਸ ਮੇਲ ਵੱਲ ਧਿਆਨ ਦਿਓ। ਭਗਵਾਨ ਕ੍ਰਿਸ਼ਨ ਨੂੰ ਬੁੱਧੀ ਨਾਲ, ਮਹਾਦੇਵ ਨੂੰ ਨਿਰਲੇਪਤਾ ਯਾਨੀ ਡਿਟੈਚਮੈਂਟ ਨਾਲ, ਹਨੂਮਾਨ ਜੀ ਨੂੰ ਸ਼ਰਧਾ ਨਾਲ ਅਤੇ ਸ਼ਨੀਦੇਵ ਨੂੰ ਨਿਆਂ ਨਾਲ ਜੋੜਿਆ ਗਿਆ ਹੈ। ਇਹ ਬਹੁਤ ਹੀ ਅਨੋਖਾ ਤਰੀਕਾ ਹੈ ਇਹ ਸਮਝਾਉਣ ਦਾ ਕਿ ਰਵਾਇਤੀ ਅਧਿਆਤਮਿਕ ਹਸਤੀਆਂ ਦੇ ਗੁਣਾਂ ਨੂੰ ਅਸੀਂ ਅੱਜ ਦੇ ਕਾਰਪੋਰੇਟ ਮਾਹੌਲ ਵਿੱਚ ਕਿਵੇਂ ਵਰਤ ਸਕਦੇ ਹਾਂ। ਮੁੱਖ ਵਿਚਾਰ ਇਹ ਹੈ ਕਿ ਕਾਰਪੋਰੇਟ ਕੰਪਨੀਆਂ ਅਤੇ ਵੱਡੇ ਤਕਨੀਕੀ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਲੋਕ ਜੇਕਰ ਇਹਨਾਂ ਗੁਣਾਂ ਨੂੰ ਆਪਣੇ ਪੇਸ਼ੇਵਰ ਜੀਵਨ ਵਿੱਚ ਅਪਣਾ ਲੈਣ ਤਾਂ ਸੋਚੋ ਤਕਨੀਕੀ ਤਰੱਕੀ ਕਿੰਨੀ ਸੰਤੁਲਿਤ ਅਤੇ ਮਨੁੱਖਤਾ ਦੇ ਅਨੁਕੂਲ ਹੋ ਜਾਵੇਗੀ। ਇਸ ਸਿਧਾਂਤ ਨੂੰ ਅਮਲੀ ਰੂਪ ਦੇਣ ਲਈ ਇੱਕ ਬਹੁਤ ਹੀ ਕਮਾਲ ਦਾ ਸੁਝਾਅ ਦਿੱਤਾ ਗਿਆ ਹੈ। ਸੁਝਾਅ ਇਹ ਹੈ ਕਿ ਕੰਪਨੀਆਂ ਦੇ ਜੋ ਮੌਜੂਦਾ ਹਿਊਮਨ ਰਿਸੋਰਸ ਡਿਵੈਲਪਮੈਂਟ ਯਾਨੀ HR ਵਿਭਾਗ ਹੁੰਦੇ ਹਨ, ਉਹਨਾਂ ਨੂੰ ਹੌਲੀ-ਹੌਲੀ ਚੇਤਨਾ ਵਿਭਾਗਾਂ ਜਾਂ ਡਿਪਾਰਟਮੈਂਟਸ ਆਫ ਕੌਨਸ਼ੀਅਸਨੈਸ ਵਿੱਚ ਬਦਲਿਆ ਜਾਣਾ ਚਾਹੀਦਾ ਹੈ। ਖਿਆਲ ਕਰੋ, ਇਹ ਨਵੇਂ ਵਿਭਾਗ ਸਿਰਫ ਛੁੱਟੀਆਂ ਜਾਂ ਤਨਖਾਹਾਂ ਦਾ ਹਿਸਾਬ ਨਹੀਂ ਰੱਖਣਗੇ, ਸਗੋਂ ਇਹਨਾਂ ਦਾ ਧਿਆਨ ਨੈਤਿਕਤਾ, ਮਾਨਸਿਕ ਸਿਹਤ, ਆਪਸੀ ਤਾਲਮੇਲ ਅਤੇ ਵਾਤਾਵਰਣ ਪ੍ਰਤੀ ਕੰਪਨੀ ਦੀ ਜ਼ਿੰਮੇਵਾਰੀ ਤੇ ਹੋਵੇਗਾ। ਇਹ ਕਾਰਪੋਰੇਟ ਲੀਡਰਸ਼ਿਪ ਨੂੰ ਅਸਲ ਮਾਇਨਿਆਂ ਵਿੱਚ ਚੇਤਨ ਬਣਾਉਣ ਵੱਲ ਇੱਕ ਬਹੁਤ ਵੱਡਾ ਕਦਮ ਹੋ ਸਕਦਾ ਹੈ। ਅਤੇ ਹੁਣ ਆਉਂਦੇ ਹਾਂ 6ਵੇਂ ਅਤੇ ਆਖਰੀ ਹਿੱਸੇ ਵੱਲ, ਚੇਤਨ ਆਤਮ ਨਿਰੀਖਣ ਦਿਵਸ 2026। ਇਹ ਪੂਰੀ ਦੁਨੀਆ ਲਈ ਇੱਕ ਬਹੁਤ ਹੀ ਖਾਸ ਸੱਦਾ ਹੈ। ਇੱਕ ਖਾਸ ਤਾਰੀਖ ਨੋਟ ਕਰ ਲਵੋ, 21 ਮਈ 2026। ਦਸਤਾਵੇਜ਼ ਇਸ ਦਿਨ ਨੂੰ ਚੇਤਨ ਆਤਮ ਨਿਰੀਖਣ ਦਿਵਸ ਵਜੋਂ ਮਨਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਇਹ ਸੱਦਾ ਕਿਸੇ ਇੱਕ ਖਾਸ ਵਰਗ ਜਾਂ ਦੇਸ਼ ਲਈ ਨਹੀਂ ਹੈ। ਇਹ ਸਰਕਾਰਾਂ, ਵਿਗਿਆਨੀਆਂ, ਵਿਦਿਆਰਥੀਆਂ, ਡਿਪਲੋਮੈਟਾਂ ਅਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ ਹਰ ਇੱਕ ਨਾਗਰਿਕ ਲਈ ਹੈ। ਇਹ ਅਸਲ ਵਿੱਚ ਇੱਕ ਬਹੁਤ ਵੱਡਾ ਗੱਠਜੋੜ ਬਣਾਉਣ ਦੀ ਕੋਸ਼ਿਸ਼ ਹੈ ਤਾਂ ਜੋ ਪੂਰੀ ਮਨੁੱਖਤਾ ਇੱਕ ਮੰਚ ਤੇ ਇਕੱਠੀ ਹੋਵੇ ਅਤੇ ਆਪਣੇ ਸਾਂਝੇ ਭਵਿੱਖ ਬਾਰੇ ਡੂੰਘਾਈ ਨਾਲ ਸੋਚੇ। ਅਤੇ ਇਸ ਦਿਨ ਲਈ ਮੁੱਖ ਮੰਗ ਕੀ ਹੈ? ਬਹੁਤ ਹੀ ਸਾਧਾਰਣ ਪਰ ਬੇहद ਸ਼ਕਤੀਸ਼ਾਲੀ, ਸਿਰਫ 9 ਮਿੰਟ। ਜੀ ਹਾਂ, ਦਸਤਾਵੇਜ਼ ਸਾਰਿਆਂ ਨੂੰ ਅਪੀਲ ਕਰਦਾ ਹੈ ਕਿ 21 ਮਈ 2026 ਨੂੰ ਆਪਣੇ ਰੁਝਾਵਿਆਂ ਭਰੇ ਦਿਨ ਵਿੱਚੋਂ ਬਿਲਕੁਲ 9 ਮਿੰਟ ਕੱਢੋ, ਸਿਰਫ ਧਿਆਨ ਜਾਂ ਆਤਮ ਨਿਰੀਖਣ ਲਈ। ਇੱਕ ਛੋਟੀ ਜੀ ਕੋਸ਼ਿਸ਼ ਲੱਗਦੀ ਹੈ, ਪਰ ਜੇਕਰ ਸਮੂਹਿਕ ਤੌਰ ਤੇ ਕੀਤੀ ਜਾਵੇ ਤਾਂ ਇਸ ਦਾ ਪ੍ਰਭਾਵ ਕਲਪਨਾ ਤੋਂ ਪਰੇ ਹੋ ਸਕਦਾ ਹੈ। ਸੁਣਨ ਵਿੱਚ ਸ਼ਾਇਦ ਛੋਟਾ ਲੱਗੇ, ਪਰ ਸੋਚੋ ਜਦੋਂ ਪੂਰੀ ਦੁਨੀਆ ਇੱਕੋ ਸਮੇਂ ਆਪਣਾ ਧਿਆਨ ਕੇਂਦਰਿਤ ਕਰੇਗੀ ਤਾਂ ਇਹ ਕਿੰਨੀ ਕਮਾਲ ਦੀ ਗੱਲ ਹੋਵੇਗੀ। ਪਰ ਹੁਣ ਸਵਾਲ ਆਉਂਦਾ ਹੈ ਕਿ ਉਹਨਾਂ 9 ਮਿੰਟਾਂ ਦੌਰਾਨ ਧਿਆਨ ਆਖਿਰ ਕੇਂਦਰਿਤ ਕਿੱਥੇ ਕਰਨਾ ਹੈ। ਖੈਰ, ਇੱਥੇ 5 ਖਾਸ ਖੇਤਰ ਦੱਸੇ ਗਏ ਹਨ। ਪਹਿਲਾ, ਨੈਤਿਕ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਵਿਕਾਸ। ਦੂਜਾ, ਪਰਮਾਣੂ ਖਤਰਿਆਂ ਨੂੰ ਘਟਾਉਣਾ। ਤੀਜਾ, ਵਿਸ਼ਵ ਪੱਧਰ ਤੇ ਵਿਸ਼ਵਾਸ ਵਧਾਉਣਾ। ਚੌਥਾ, ਜਲਵਾਯੂ ਪ੍ਰਤੀ ਸਾਡੀ ਜ਼ਿੰਮੇਵਾਰੀ। ਅਤੇ ਪੰਜਵਾਂ, ਸਾਰਿਆਂ ਦੀ ਸ਼ਾਂਤੀਪੂਰਨ ਸਹਿਯੋਗ ਯਾਨੀ ਮਿਲਜੁਲ ਕੇ ਰਹਿਣਾ। ਅਸਲ ਵਿੱਚ ਇਹ ਉਹ ਮੁੱਖ ਮੁੱਦੇ ਹਨ ਜਿਨ੍ਹਾਂ ਤੇ ਇਸ ਪੂਰੇ ਢਾਂਚੇ ਦੀ ਨੀਂਹ ਰੱਖੀ ਗਈ ਹੈ। ਕਲਪਨਾ ਕਰੋ, ਉਹਨਾਂ 9 ਮਿੰਟਾਂ ਵਿੱਚ ਪੂਰੀ ਮਨੁੱਖਤਾ ਦੀ ਸਮੂਹਿਕ ਊਰਜਾ ਇਹਨਾਂ ਟੀਚਿਆਂ ਵੱਲ ਲੱਗੀ ਹੋਵੇਗੀ। ਲੇਖਕ ਦਾ ਨਜ਼ਰੀਆ ਇੱਥੇ ਬਹੁਤ ਹੀ ਨਿਮਰਤਾ ਭਰਿਆ ਹੈ। ਦਸਤਾਵੇਜ਼ ਬਿਲਕੁਲ ਸਪਸ਼ਟ ਕਰਦਾ ਹੈ ਕਿ ਕੋਈ ਵੀ ਵਿਅਕਤੀ, ਸੰਸਥਾ ਜਾਂ ਦੇਸ਼ ਇਹਨਾਂ ਵਿਚਾਰਾਂ ਤੇ ਆਪਣੀ ਮਾਲਕੀ ਦਾ ਦਾਅਵਾ ਨਹੀਂ ਕਰ ਸਕਦਾ। ਇਹ ਵਿਚਾਰ ਭਗਵਦ ਗੀਤਾ ਦੀ ਸਦੀਵੀ ਸਿੱਖਿਆ ਤੋਂ ਪ੍ਰੇਰਿਤ ਹਨ ਅਤੇ ਇਹਨਾਂ ਨੂੰ ਪੂਰੀ ਦੁਨੀਆ ਦੀ ਭਲਾਈ ਲਈ ਇੱਕ ਨਿਸ਼ਕਾਮ ਭੇਟ ਵਜੋਂ ਪੇਸ਼ ਕੀਤਾ ਗਿਆ ਹੈ। ਜਿਵੇਂ ਕਿ ਆਪਾਂ ਅਕਸਰ ਸੁਣਦੇ ਹਾਂ, ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ। ਇਹ ਦਸਤਾਵੇਜ਼ ਉਸੇ ਸੁਪਨੇ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ। ਇਸ ਵਿਸਤ੍ਰਿਤ ਚਰਚਾ ਦੇ ਅੰਤ ਵਿੱਚ ਆਪਾਂ ਇੱਕ ਬਹੁਤ ਹੀ ਡੂੰਘੇ ਸਵਾਲ ਨਾਲ ਸਮਾਪਤੀ ਕਰਾਂਗੇ। ਜਿਸ ਰਫ਼ਤਾਰ ਨਾਲ ਤਕਨਾਲੋਜੀ ਦੀਆਂ ਹੱਦਾਂ ਲਗਾਤਾਰ ਵਧ ਰਹੀਆਂ ਹਨ, ਤਾਂ ਕੀ ਸਾਡੀ ਹੋਂਦ ਦੀ ਅਸਲ ਸੁਰੱਖਿਆ ਮਸ਼ੀਨਾਂ ਲਈ ਹੋਰ ਬਿਹਤਰ ਕੋਡ ਲਿਖਣ ਵਿੱਚ ਹੈ, ਜਾਂ ਕੀ ਇਹ ਖੁਦ ਮਨੁੱਖੀ ਸੋਚ ਅਤੇ ਸਾਡੀ ਸਮੂਹਿਕ ਚੇਤਨਾ ਨੂੰ ਉੱਚਾ ਚੁੱਕਣ ਵਿੱਚ ਹੈ? ਇਹ ਸੱਚਮੁੱਚ ਗਹਿਰਾਈ ਨਾਲ ਸੋਚਣ ਵਾਲੀ ਗੱਲ ਹੈ ਅਤੇ ਸ਼ਾਇਦ ਸਾਡੇ ਆਉਣ ਵਾਲੇ ਭਵਿੱਖ ਦਾ ਰਸਤਾ ਇਸੇ ਸਵਾਲ ਦੇ ਜਵਾਬ ਵਿੱਚ ਛੁਪਿਆ ਹੈ। ਅੱਜ ਦੇ ਇਸ ਵਿਸ਼ਲੇਸ਼ਣ ਦਾ ਹਿੱਸਾ ਬਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।